ਰਵੇ ਹਰ ਨਾਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੈ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਇਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਨੌਵਾਂ ਦੋਹਰਾ ਬਲ ਛੁਟ ਕਿਉ ਬੰਧਨ ਪਰੇ ਕਛੂ ਨ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ ਬਲ ਹੋਵਾ ਬੰਧਨ ਛੁਟੈ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਏ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਰਾਮ ਨਾਮ ਉਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਰਾਮ ਨਾਮ ਉਰ ਮੈਂ ਗਹਿਓ ਜਾਂ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ ਵਾਹਿ
वाहिगुरु जी का खालसा वाहिगुरु जी की फतेह। गुरु नौवें पातशाह गुरु तेग बहादुर साहब महाराज की बाणी इन्हां श्लोकां दी विचार अज संपूर्ण होनी है। जो श्लोक आप जी ने सरवण किए हैं इन्हां दी विचार भाई साहब आप जी नूं सरवण करवाउणगे। 23 तरीक गुरु नौवें पातशाह गुरु तेग बहादुर साहब महाराज जी का शहीदी गुरपुरब है। कल 21 तरीक साहिबे कमाल बादशाह दरवेश गुरु कलगीधर पातशाह जी का गुरता गद्दी गद्दी निशीनी गुरपुरब है। गुरु नौवें पातशाह जी ने जो शहादत तो पहला गुरियाई गुरु कलगीधर पातशाह जी नूं बख्शी सी। 23 तरीक नूं नगर कीर्तन सजेगा जो बंगला साहब तो हुंदियां होया रकाबगंज साहब पहुंचेगा। फिर 24 तरीक दे विशेष समागम रकाबगंज साहब होणगे। भाई लखी शाह वणजारा हाल अंदर अमृत वेले तो लैके देर रात तक। वाहिगुरु जी का खालसा वाहिगुरु जी की फतेह। वाहिगुरु साहिब जीओ गुरपूरा जिन सिमरिया से भय निहाल। नानक नाम आराधना कारज आवे रास। तरन सुवनी खड़ रतन जड़ावी हर प्रेम पुरख मन उठा। सबे काज सुहेलड़े थिए गुरु नानक सतगुर तुठा। मारी बरन सकै महिमा जो तिहारी। हम ना सख्त कर सिफत तुम्हारी आप ले हो तुम कथा सुधारी। दीन दुनिया दे पातशाह सतगुरु गरीब नवाज आदि श्री गुरु ग्रंथ साहिब जी महाराज आप जी दे सजे हुए अमृत वेले दे दीवान विच पहुँच के धन गुरु हरकिशन साहिब सच्चे पातशाह जी की बख्शिश रहमतां आप जी प्राप्त कर रहे हो। सतगुरां ने बड़ी महान कृपा की है। धन गुरु तेग बहादुर साहिब जी की शहादत तो पहला आप जी द्वारा उच्चारण किए गए जो 57 श्लोक हैं उन्होंने विचार आप रहमत करके करवाई। अज अखीरले 5 जिहड़े श्लोक कह लीए जां दोहरा शब्द है इन्हां पावन बचनां दी विचार गुरु कृपा द्वारा की जाएगी। सारे गुरु चरणों विच शीश झुकाइए प्यार सहित फतेह बुलाओ जी। वाहिगुरु जी का खालसा वाहिगुरु जी की फतेह। सतगुरु जी की बाणी का उपदेश हर एक मनुख वास्ते समान है। भाई गुरदास जी ने गुरु नूं शीशा कहा है ते शीशा अपने आप विच निरपख हुंदा है। सानू उहदे विच अपना आप नज़र आ जाता है। गुरु का शब्द गुरु की बाणी साडे जीवन वास्ते शीशे का काम करदी ताकि इस बाणी दे विचों असीं अपने आप नूं वेख लईए
ਜਿਵੇਂ ਸਵੇਰੇ ਉੱਠ ਕੇ ਅਸੀਂ ਆਪਣੇ ਸਰੀਰ ਨੂੰ ਸਜਾਉਂਦੇ ਹਾਂ ਤੇ ਉਸ ਸਜਾਵਟ ਵਾਸਤੇ ਸਾਨੂੰ ਸ਼ੀਸ਼ੇ ਦੀ ਸਹਾਇਤਾ ਲੈਣੀ ਪੈਂਦੀ ਹੈ, ਪੱਗ ਸਿੱਧੀ ਕਰਨੀ ਪੈਂਦੀ ਹੈ, ਮੂੰਹ ਸਿਰ ਆਪਣਾ ਸਵਾਰਨਾ ਪੈਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰਬਾਣੀ ਕਿਸੇ ਦੇ ਵਿਰੁੱਧ ਨਹੀਂ ਹੈ, ਸਰਬੱਤ ਦਾ ਭਲਾ ਮੰਗਦੀ ਹੈ, ਗੁਰੂ ਪਿਆਰ ਕਰਦਾ ਹੈ। ਜੇ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਵੀ ਆਉਂਦੀ ਹੈ ਉਹ ਤਾਂ ਸਾਡੇ ਭਲੇ ਵਾਸਤੇ ਹੈ, ਕਿਉਂਕਿ ਗੁਰੂ ਦਾ ਸੁਭਾਅ ਹਮੇਸ਼ਾ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਇਹ ਬਾਣੀ ਦਾ ਸੁਭਾਅ ਹੈ, ਇਹ ਸਾਡਾ ਸੁਭਾਅ ਨਹੀਂ ਹੈ। ਹਾਂ, ਅਸੀਂ ਇਸ ਮੰਜ਼ਿਲ ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਕਿ ਇੱਕ ਦਿਨ ਉਦਮ ਕਰਦਿਆਂ ਕਰਦਿਆਂ, ਯਤਨ ਕਰਦਿਆਂ ਕਰਦਿਆਂ ਸਤਿਗੁਰੂ ਜੀ ਕਿਰਪਾ ਕਰਨ, ਉਸ ਅਵਸਥਾ ਵਿੱਚ ਸਾਡਾ ਜੀਵਨ ਚਲਾ ਜਾਏ ਜਿੱਥੇ ਜਾ ਕੇ ਕਿਸੇ ਨਾਲ ਵੀ ਦਵੈਸ਼ ਨਹੀਂ ਰਹਿੰਦਾ, ਜਿੱਥੇ ਜੀਵਨ ਇੱਕ ਉੱਚੀ ਅਵਸਥਾ ਵਿੱਚ ਆਨੰਦ ਮਾਣਦਾ ਹੈ, ਖੁਸ਼ੀਆਂ ਮਾਣਦਾ ਹੈ, ਬਖਸ਼ਾਂ ਮਾਣਦਾ ਹੈ। ਉਹੀ ਅਸਲੀ ਜੀਵਨ ਹੈ, ਉਹੀ ਅਸੀਂ ਗੁਰਬਾਣੀ ਵਿੱਚੋਂ ਲੱਭਣਾ ਹੈ, ਉੱਥੇ ਅਸੀਂ ਪਹੁੰਚਣਾ ਹੈ। ਪਰ ਲੱਭੇਗਾ ਤਾਂ ਜੇ ਸਾਡਾ ਮਨੋਰਥ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਵਿੱਚ ਆਪ ਜੀ ਨੇ ਆਉਂਦੇ ਦਿਨਾਂ ਵਿੱਚ ਇਤਿਹਾਸ ਦੀਆਂ ਵਿਚਾਰਾਂ ਵੀ ਸਰਵਣ ਕਰਨੀਆਂ ਨੇ। ਅੱਜ 5 ਸ਼ਲੋਕ ਜਿਹੜੇ ਆਪਾਂ ਵਿਚਾਰਨੇ ਨੇ, ਸਤਿਗੁਰੂ ਜੀ ਨੇ ਇਹਦੇ ਵਿੱਚ ਇੱਕ ਬਚਨ ਕੀਤਾ ਹੈ। ਆਮ ਤੌਰ ਤੇ ਜਿੰਨੀ ਬਾਣੀ ਆਪਾਂ ਪਿੱਛੇ ਵਿਚਾਰ ਰਹੇ ਹਾਂ, ਇਹ ਸਾਰੀ ਦੀ ਸਾਰੀ ਬਾਣੀ ਵਿੱਚ ਇੱਕ ਗੱਲ ਤੇ ਬਹੁਤਾ ਜ਼ੋਰ ਦਿੱਤਾ ਗਿਆ ਵੀ ਦੁਨੀਆ ਜਿਹੜੀ ਹੈ ਨਾਸ਼ਮਾਨ ਹੈ, ਇਹ ਖਤਮ ਹੋ ਜਾਣੀ ਹੈ। ਪਿੱਛੇ ਵੀ ਕੱਲ ਵੀ ਆਪਾਂ ਵਿਚਾਰੇ ਨੇ ਕਿ ਇੱਕ ਰੇਤ ਦੀ ਕੰਧ ਹੈ, ਪਾਣੀ ਦਾ ਬੁਲਬੁਲਾ ਹੈ, ਕੱਚਾ ਹੈ ਸੰਸਾਰ, ਕੋਈ ਇੱਥੇ ਰਿਹਾ ਨਹੀਂ, ਸਾਰਿਆਂ ਨੇ ਚਲੇ ਜਾਣਾ। ਵਾਰ-ਵਾਰ ਦੁਹਰਾਇਆ ਗਿਆ। ਪਰ ਤੁਸੀਂ ਵੇਖੋ ਵੀ ਸਾਰੇ ਸ਼ਲੋਕਾਂ ਵਿੱਚ ਇਹ ਕਹਿੰਦੇ ਰਹੇ ਗੁਰੂ ਸਾਹਿਬ ਵੀ ਸੰਸਾਰ ਝੂਠਾ ਹੈ, ਨਾਸ਼ਮਾਨ ਹੈ, ਕੁਝ ਨਹੀਂ ਰਹਿੰਦਾ ਮਨੁੱਖ ਦੇ ਕੋਲ, ਸਭ ਕੁਝ ਚਲਾ ਜਾਂਦਾ ਹੈ। ਪਰ ਅੱਜ ਦੇ ਸ਼ਲੋਕਾਂ ਦੇ ਵਿੱਚ ਇੱਕ ਸ਼ਲੋਕ ਕਿਹਾ ਵੀ ਰਹਿਣ ਵਾਲੀ ਚੀਜ਼ ਵੀ ਕੋਈ ਹੈ। ਕੱਲੀ ਨਾਸ਼ਮਾਨਤਾ ਦੀ ਗੱਲ ਨਹੀਂ ਕੀਤੀ, ਕੱਲੀ ਨੈਗੇਟਿਵਿਟੀ ਦੀ ਗੱਲ ਨਹੀਂ ਕੀਤੀ, ਪੋਜ਼ਿਟਿਵ ਉਸਾਰੂ ਗੱਲ ਵੀ ਹੈ ਵੀ ਕੁਝ ਰਹਿੰਦਾ ਵੀ। ਪਿੱਛੇ ਸ਼ਬਦਾਂ ਵਿੱਚ ਵੀ ਆਉਂਦਾ ਹੈ, ਸਾਧੋ ਇਹ ਤਨ ਮਿਥਿਆ ਜਾਨੋ, ਇਹ ਸਰੀਰ ਨੂੰ ਝੂਠਾ ਸਮਝੋ, ਮਿਲਿਆ ਤੇ ਚਲਾ ਜਾਣਾ, ਸਫਲ ਕਰ ਸਕਨੇ ਆ। ਸਾਧੋ ਇਹ ਤਨ ਮਿਥਿਆ ਜਾਨੋ, ਇਹਨੂੰ ਝੂਠਾ ਸਮਝੋ। ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਜਿਤ ਇਹ ਸਰੀਰ ਤੇ ਝੂਠਾ ਜ਼ਰੂਰ ਹੈ, ਇਹਦੇ ਵਿੱਚ ਜਿਹੜਾ ਐ ਸਰੀਰੀ ਵਸਦਾ, ਜਿਹੜਾ ਸਰੀਰ ਨਹੀਂ ਹੈ। ਸਰੀਰ ਨੂੰ ਕੌਣ ਚਲਾ ਰਿਹਾ? ਜਿਹੜਾ ਸਰੀਰ ਨਹੀਂ ਹੈ। ਐ ਸਰੀਰੀ ਕੌਣ ਚਲਾ ਰਿਹਾ? ਸਰੀਰ ਵਿੱਚ ਦਰਦਾਂ ਨੇ, ਜਿਹੜਾ ਦਰਦ ਮਹਿਸੂਸ ਕਰਦਾ ਹੈ ਉਹਦੇ ਵਿੱਚ ਕੋਈ ਦਰਦ ਨਹੀਂ, ਉਹਨੂੰ ਕੋਈ ਦਰਦ ਨਹੀਂ ਹੁੰਦਾ। ਤਾਂ ਹੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਤੋਂ ਪਹਿਲਾਂ ਹੱਸ ਪਏ। ਜਲਾਦ ਖੜਾ ਸੀ, ਕਾਜੀ ਖੜਾ ਸੀ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪੁੱਛਿਆ ਵੀ ਤੁਸੀਂ ਤੇ ਸਾਰਾ ਜੀਵਨ ਹੱਸੇ ਨਹੀਂ। ਹੁਣ ਇਹ ਇਤਿਹਾਸ ਹੁੰਦਾ ਹੈ। ਇਤਿਹਾਸ ਵੀ 2 ਪ੍ਰਕਾਰ ਦਾ ਸਾਧ ਸੰਗਤ ਜੀ। ਇੱਕ ਮੂਲ ਇਤਿਹਾਸ ਹੁੰਦਾ ਹੈ, ਉਹ ਸਮਾਚਾਰ ਵਾਂਗ ਹੁੰਦਾ ਹੈ, ਖਬਰ ਵਾਂਗ ਹੁੰਦਾ ਹੈ ਵੀ ਇਸ ਤਰ੍ਹਾਂ ਹੋਇਆ ਸੀ, ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਏ ਸੀ, ਉਹਨਾਂ ਦੀ ਸ਼ਹਾਦਤ ਹੋਈ ਹੈ, ਚਾਂਦਨੀ ਚੌਂਕ ਹੈ, ਇਹ ਸਾਰਾ ਇਤਿਹਾਸ ਹੈ। ਪਰ ਉਸ ਇਤਿਹਾਸ ਦੇ ਨਾਲ ਨਾਲ ਜਿਵੇਂ ਗੁਰੂ ਸਾਹਿਬ ਆਉਂਦੇ ਨੇ, ਉਸ ਸਮੇਂ ਦਿੱਲੀ ਦਾ ਮੌਸਮ ਕਿਵੇਂ ਦਾ ਹੈ, ਜਿੱਥੇ ਬਹਿੰਦੇ ਨੇ ਉਹ ਰੁੱਖ ਕਿਵੇਂ ਦਾ ਹੈ, ਜਿਹੜੇ ਬੰਦੇ ਮਿਲਦੇ ਨੇ ਉਹਨਾਂ ਦਾ ਮੂੰਹ ਸਿਰ ਕਿਵੇਂ ਦਾ, ਇਹਨੂੰ ਕਹਿੰਦੇ ਨੇ ਇਤਿਹਾਸ ਨੂੰ ਨਾਵਲ ਟਾਈਪ ਕਹਾਣੀ ਵਿੱਚ ਪਾ ਕੇ ਕਹਿਣਾ, ਜਿਹਦੇ ਨਾਲ ਉਹਦਾ ਰਸ ਵੱਧ ਜਾਂਦਾ ਹੈ। ਇਹਦੀ ਵਰਤੋਂ ਸਭ ਤੋਂ ਜ਼ਿਆਦਾ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਕੀਤੀ। ਤੇ ਕਈ ਲੋਕਾਂ ਦੀ ਗੱਲ ਉਹਨਾਂ ਦੇ ਸਮਝ ਵਿੱਚ ਨਹੀਂ ਆਉਂਦੀ। ਉਹ ਕਹਿੰਦੇ ਭਾਈ ਵੀਰ ਸਿੰਘ ਤੇ ਯੱਬਲੀਆਂ ਮਾਰਦੇ ਨੇ। ਯੱਬਲੀਆਂ ਕਿਉਂ ਉਹਨਾਂ ਨੂੰ ਲੱਗਦੀਆਂ? ਉਹ ਉਸ ਪੱਧਰ ਤੇ ਗਏ ਨਹੀਂ, ਉਹਨਾਂ ਨੂੰ ਕਹਾਣੀ ਦਾ ਪਤਾ ਨਹੀਂ ਕਿ ਇਤਿਹਾਸ ਨੂੰ ਕਹਾਣੀ ਵਿੱਚ ਪਾ ਕੇ ਕਿਵੇਂ ਕਿਹਾ ਜਾਂਦਾ ਹੈ। ਕਿਉਂਕਿ ਸਾਡੇ ਸਿਰ ਦੀ, ਦਿਮਾਗ ਦੀ ਜਿਹੜੀ ਬਣਤਰ ਹੈ ਨਾ, ਜਿਹੜੀ ਉਹਦੀ ਵਾਇਰਿੰਗ ਹੈ, ਜਿੰਨੀਆਂ ਸਾਡੀਆਂ ਨਾੜੀਆਂ ਨੇ ਦਿਮਾਗ ਦੀਆਂ, ਉਹ ਸਿੱਧੀ ਗੱਲ ਜਲਦੀ ਨਹੀਂ ਪਕੜਦੀਆਂ, ਉਹ ਕਹਾਣੀ ਨੂੰ ਜਲਦੀ ਪਕੜਦੀਆਂ।
इस करके हुण जिहड़े असीं एक पद्धर ते बंदा पढ़दा है ते वो कहेगा भी ये गलत है गल, ये गल्लां ते होईयां नहीं। जिवें कई कहानियां ने, जिवें आपां कहने आ भी चमकौर दी गढ़ी दे विच जिहड़े ਸਿੰਘਾਂ ਦੇ शरीर शहीद होए सन, आप शहीद होए सन, ते शरीर जिहड़ा है वो इल्लां चिंज मार के ते आकाश विच लै गईयां ते कीड़ियां उन्हां नूं तोड़ के ते जमीन विच लै गईयां। हुण ये इतिहास नहीं है पर यह सच भी है। उन्होंने वेख के गुरु गोबिंद सिंह सिखां नूं कहंदे भी शहीदां दे शरीर दा मास ये इल्लां जिन्ना आकाश विच लै के उच्ची जांदियां ने इन्ने मेरे पंथ दे निशान साहब उच्चे चुल्लणगे। ये कीड़ियां जिन्ना इन्हां दा मास खुड्डां विच डूंगा लै के जांदियां ने इन्नियां मेरे पंथ दीयां जड़ां डूंघियां होणगीਆਂ। हुण जे तुसीं किताब विचों ਲੱਭਣ जाओ तो उत्थे गल नहीं ਲੱਭਣੀ, पर यह गल सच है, सच नूं प्रगट करदी है। ਜਦੋਂ ਜਦੋਂ ਸਾਡੀ ਵਿਦਿਆ ਦਾ ਦਾਇਰਾ ਬਹੁਤਾ ਵੱਧ ਜਾਂਦਾ ਹੈ ਤਾਂ ਉਦੋਂ ਆਦਮੀ ਫਿਰ ਇੰਨੀ ਜਲਦੀ ਯਾਨੀ ਕਿ ਨੈਗੇਟਿਵ ਨਹੀਂ ਹੁੰਦਾ, ਕਿਉਂਕਿ ਉਹਨੂੰ ਪਤਾ ਹੈ ਵੀ ਇਹ ਚੀਜ਼ਾਂ ਕਿਸੇ ਹੋਰ ਪੱਖ ਵਿੱਚ ਵਰਤ ਰਹੀਆਂ ਨੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਕਾਏ ਨੇ, ਹੱਸੇ ਨੇ। ਕਾਜੀ ਪੁੱਛਦਾ ਵੀ ਕੀ ਗੱਲ? ਮਹਾਰਾਜ ਜੀ ਕਹਿੰਦੇ ਮੈਂ ਇਸ ਗੱਲ ਤੋਂ ਹੱਸਿਆ ਕਿ ਤੁਸੀਂ ਸੋਚਦੇ ਹੋ ਕਿ ਤੁਸੀਂ ਮੈਨੂੰ ਤਲਵਾਰ ਦੇ ਨਾਲ ਕੱਟ ਦਿਓਗੇ, तलवार दे नाल कट दोगे। इतिहास विच भी आया ना, कवि संतोख सिंह होरां ने लिखिया भी तलवार चली ते सीस नहीं कटिया गया। हुण इहनूं की कहोगे? ना तुसीं इहनूं इतिहासक तौर ते ठीक नहीं कह सकदे, सीस ते कटिया गया। वो क्यों कह रहे ने सीस नहीं कटिया गया? उहदे पिछे राज है। वो कहंदे ने भी गुरु तेग बहादुर साहब नूं कट्टिया ही नहीं जा सकदा, गुरु ते है ही शब्द है। वो कहना की चाहुंदे ने उस चीज़ नूं समझिए। गल समझण नाल बहुत सारियां गल्लां जिहड़ियां निबड़ सकदियां ने जदों असीं निरपक्ष हो के मन खोल के विचार करने। हुण उन्हां दी इतिहास की गल है, कई इतिहासकार कहंदे भी सीस जिहड़ा कट्टी नहीं गया, तलवार चली विचों दी लंघ गई, सीस उत्थे ही रहा। हुण जदों असीं इतिहासक नज़र तो वेखांगे ते कहांगे आ ते यबड़ी मार दित्ती, इस तरह भी हो सकदा। कह की रहे ने वो बंदे उच्ची पद्धर ते चले गए, उन्होंने पता है भी जिथे ए शरीर है ना, शरीर कटिया जाता है, अंदरला नहीं कटिया जा सकता। अंदरला सिर तुसी पढ़ते हो ना, गुरु गोबिंद सिंह सच्चे पातशाह जी अपनी बाणी विच कहंदे ने, जिहदा असीं कहने भी बचित्र नाटक जी झूठा है जी फलाना है, वो भी तो साडे कोल बेस है गुरु तेग बहादुर साहब जी की शहीदी का। उत्थे की कहा गया? धर्म हेत साका जिन किया, सीस दिया पर सिरर ना दिया। हुण सीस ते कट लिया उन्हें, जलाद ने सिरर नहीं कट सकिया, वो अंदरला जिहड़ा सी वो नहीं कटिया गया। यही गल अगे इतिहास विच लिखी है। तां ये इतिहास दे वाक्य ने। महाराज तां मुस्काउंदे ने, तां हसदे ने भी तुसीं किहड़े चक्कर विच पै गए, मैनूं तां तुसीं कट ही नहीं सकदे, मैनूं तां तुसीं खत्म ही नहीं कर सकदे। मेरा अपना आप ना तलवार नाल कटिया जा सकदा। फिर नाल दे सिख ने, नाल दे सिखां नूं एक नूं हुक्म हुंदा है भी इहनूं आरे दे नाल दो टुकड़े कर दिओ, आरे दे नाल इहदे दो टुकड़े कर दिओ। तां उदों भी वो भुलेखे विच ने। एक सिख वास्ते ये सज़ा मिलदी कि इनू रूई विच पा के साड़ दिओ। एक वास्ते सज़ा मिलती भी इनू पानी विच उबाल दिओ। भाई मतीदास जी, भाई सतीदास जी, भाई दयाला जी, तीन ने, तिन्हां नूं सज़ा बड़ी सख्त मिली। और क्यों मिली? गुरु तेग बहादुर साहब जी नूं डराउण वास्ते, इन्हां दे अंदर डर पैदा हो जाए। सतगुरु सच्चे पातशाह जी दे बिल्कुल सामने जिथे सीसगंज साहब अज गुरुद्वारा साहब दे बाहर चौंक बनिया होया, इत्थे भाई मतीदास जी नूं साध संगत जी चीरन का हुक्म हुंदा भी आरे नाल इदूं चीर दिओ। ते कमाई वाले सिख सन, कोई छोटियां मोटियां हस्तियां नहीं सन। किते शरीर तो गल पार चली गई सी, नहीं तो साध संगत जी शरीर नूं कंढा वज जाए तो सवेरे उठ के तुरिया नहीं जाता। कदी सोच के देखो, थोड़ा जिहा शरीर ते जख्म हो जाए तो आदमी तुर नहीं सकता। पर उत्थे कहंदे भी भाई मतीदास जी तैयार बर तैयार ने। जलाद पुछदा है भी तेरी कोई इच्छा है? कहंदे भी मेरियां दो इच्छा ने,
होर तां कोई इच्छा रही नहीं। धन गुरु तेग बहादुर साहब जी दीयां बख्शां वरतियां ने, इच्छा तो पूरीआं हो गईयां सारियां। मेरियां दो इच्छा ने, एक तां मैं जपजी साहब दा पाठ करना है, एक मेरी इच्छा है भी जदों तुसीं मैनूं आरे नाल चीरना है, जदों तुसीं लक्कड़ां गड्ढणीआं ने, दोवां लक्कड़ां दे नाल मेरियां बाहां बंधणीआं ने, ते ओह लक्कड़ां इस ढंग दे नाल तुसीं गड्ढ दिया जे कि जदों मैं शहीद होवां मेरा चेहरा धन गुरु तेग बहादुर साहब जी वल होवे। ये दो मंगां कीतियां भाई मती दास जी। हुण उन्हां ने उसे तरह बन दिता, पर जपजी साहब सिख ने शुरू कीता सी, नालों नालों अपना काम करते गए, तो हर एक काम का टाइम हुंदा है। उन्होंने टाइम मिथ्या सी भी इस वेले इनू चीरना है, क्योंकि अज भी सज़ा मिलती ना किसी नूं, ते घड़ी वेख के उन्होंने फांसी का फट्टा खिंचिया जाता, जिन्हें भी फांसी ते चढ़ाए जाते हैं शहीद होंदे ने। तां उहदा टाइम हो गया, तो भाई साहब ने जपजी साहब शुरू किया। कहते जपजी साहब अजे अध विच आया है, ते जलाद आरा लैके खड़े ने, ते काजी कहता भी चीरदे क्यों नहीं? वो कहते जी अपनी कलाम पढ़ रहा है, अपनी बाणी पढ़ रहा नूं, बाणी हुण टाइम हो गया सी, करिए दसो की हुक्म है। ते जदों बंदे दी मत मारी जाती है ना, उन्होंने गल दी समझ नहीं आती। वो काजी कहता पढ़दा ते पढ़ी जाण दिओ, समेत जपजी साहब पढ़दे नूं चीर दिओ, इहनूं अध विचों चीर दिओ। जपजी साहब पढ़ रहा है, अध विचों चीर दिओ। ते उन्होंने आरा जिहड़ा सी चला दिता, ते भाई साहब जपजी साहब पढ़ते रहे, ते शरीर के दो टुकड़े हो गए। ते इतिहास कहता है कि जदों शरीर के टुकड़े जमीन ते डिगे सन, उथों किते जपजी साहब के पढ़न की आवाज़ आ रही सी। हैरान हो गया भी जपजी साहब कित्थों आ रहा, सिख तां चीरिया गया। ते जदों ध्यान ला के वेख्या, ते शरीर के दोवां टुकड़ियां दे विचों जिवें दो सिंह नावें महलियां दे सलोकां दा पाठ करदे ना वारी वारी, इस तरह वारी वारी उस शरीर के टुकड़ियां दे विचों जपजी साहब दे पढ़न की आवाज़ आ रही है। ते सिख ने पूरा जपजी साहब पढ़ के जिन्नी नाम ध्याया, गए मशक्कत घाल, नानक ते मुख उजले, केती छुट्टी नाल। ये भोग शहीदी तो बाद पाया। असी अजकल इस बुद्धि के तल ते इहनूं नहीं समझ सकांगे, क्योंकि बुद्धि धर्म नूं, धर्म ते तुरन दा साधन जरूर है, बुद्धि धर्म नूं समझ नहीं सकती। इस करके ये जिहड़ी शहादत हुई, उन्होंने सोचा भी मती दास नूं चीर दिओ, जपजी साहब नूं चीर दिओ। उन्होंने यह नहीं पता जपजी साहब कदी नहीं चीरिया जाता। इस तरह दूसरे भाई साहब भाई मती दास, भाई सती दास नूं उन्होंने अग विच साड़न का हुक्म, रूम विच वलेट के, पर उन्हों का भी शरीर सड़ गया। भाई सती दास जी नहीं सड़े, ना उन्हों का सिदक सड़िया, ना उन्हों की शीस दिया पर सिरर ना दिया। इस तरह तीजे भाई दयाला जी, ये चीज़ां महाराज ने क्यों वरताइयां ने? मैं कई बारी सोचना भी 240 साल के करीब इतिहास नूं उपरली दूर खलो के वेखीए, इतिहास विच किस तरह दीयां चीज़ां वरतियां ने जिहड़ियां कई बारी समझ विच नहीं आउंदियां। आम ये शंका उठदा, अज भी कई शंका उठाउंदे ने, जे गुरु साहब विच शक्ति है सी जी, उन्होंने आ रोक क्यों नहीं दिता? गुरु साहब विच शक्ति है सी जी, टैंक क्यों नहीं रुके? कई कुछ कहने आ। जे कीर्तन विच शक्ति सी, फिर शक ते पैना ते इत्थों तक चले जाएगा भी गुरु तेग बहादुर साहब जी दे विच जे शक्ति सी ते सिखां नूं बचा क्यों नहीं लिया? इन्हां चीज़ां नूं समझना चाहिए। इत्थों तक बई गुरु तेग बहादुर साहब ने अपनी शहीदी आप चुनी है, उन्होंने कोई धक्के नाल शहीद नहीं कर सकिया। आ पहली पंक्ति है कलगियां वाले पातशाह की, इनू चंगी तरह समझ लो, जिहदे विच हजूर कलगीधर पातशाह कहंदे ठीक कर फोर दलीस सिर प्रभुपुर किया बयान। इहदे विच इह लिखिया होया भी गुरु साहब ने आप ही अपनी मर्जी नाल ठीक कर मैंने भांडा, इहदा अर्थ है शरीर, फोर दा मैंने तोड़ना। इत्थे इह नहीं लिखिया भी सरकार ने उन्हां दा भांडा तोड़िया, सरकार ने उन्होंने मारिया। इन्हां लफजां दा ये अर्थ नहीं, ਇਹਦਾ अर्थ है उन्होंने आप ही ये खेड रची सी। ठीकर फोर अपने शरीर रूपी भांडे नूं जदों गुरु तेग बहादुर साहब ने वेख्या
ਬਈ ਹੁਣ ਇਹਦੇ ਨਾਲ ਜਿਹੜਾ ਕਾਰਜ ਕਰਨਾ ਸੀ ਕਰ ਲਿਆ, ਜੋ ਕੁਝ ਜਿੰਨੀ ਬਾਣੀ ਰਚਣੀ ਸੀ, ਜਿੰਨਾ ਚਿਰ ਗੁਰਤਾ ਗੱਦੀ ਕਰਨੀ ਸੀ, ਇਹਦੀ ਪਰਾਲਬਧ ਜਿਹੜੀ ਹੁਣ ਪੂਰੀ ਹੋ ਚੁੱਕੀ ਹੈ। ਤੇ ਸਰੀਰ ਬੜਾ ਕੀਮਤੀ ਹੈ। ਜਿਹੜਾ ਸਾਧੂ ਹੁੰਦਾ ਜਾਂ ਗੁਰੂ ਹੁੰਦਾ, ਉਹ ਆਪਣੇ ਸਰੀਰ ਨੂੰ ਅਜਾਈ ਨਹੀਂ ਜਾਣ ਦਿੰਦਾ, ਉਹ ਸਰੀਰ ਨੂੰ ਪਰਉਪਕਾਰ ਵਿੱਚ ਲਾ ਦਿੰਦਾ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਸੀ ਮੇਰਾ ਸਰੀਰ ਕੀ ਹੈ। ਇਹ ਸਰੀਰ ਦੇ ਵਿੱਚ ਦੋ ਗੁਣ ਸਨ, ਦੋ ਗੁਣ ਸਨ। ਇੱਕ ਸਰੀਰ ਦੇ ਵਿੱਚ ਗੁਣ ਸੀ, ਉਸ ਪੁੱਤਰ ਨੂੰ ਜਨਮ ਦੇਣਾ ਹੈ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ, ਜਿਹੜਾ ਪੁੱਤਰ ਆਮ ਮਾਂ ਤੇ ਪਿਤਾ ਦੇ ਘਰ ਵਿੱਚ ਨਹੀਂ ਜਨਮ ਲੈ ਸਕਦਾ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦੀ ਸਮਰੱਥਾ ਸੀ, ਧਿਆਨ ਦਿਓ। ਇਹ ਕੋਈ ਆਮ ਸਰੀਰ ਨਹੀਂ ਸੀ। 27 ਸਾਲ ਭੋਰਾ ਸਾਹਿਬ ਦੇ ਵਿੱਚ ਸਿਮਰਨ ਕੀਤਾ, ਬੰਦਗੀ ਕੀਤੀ, ਭਗਤੀ ਕੀਤੀ। ਕਾਹਦੇ ਵਾਸਤੇ, ਕਿਉਂ ਭਗਤੀ ਕੀਤੀ? ਪਹਿਲਾਂ ਹੀ ਉਹ ਤੇ ਲੀਨ ਸਨ। ਇੱਕ ਹੁੰਦਾ ਜੁੜਨਾ, ਇੱਕ ਹੁੰਦਾ ਤਪੱਸਿਆ ਕਰਨੀ। ਕੱਲ ਵੀ ਇੱਕ ਥਾਂ ਤੇ ਸਮਾਗਮ ਸੀ, ਉੱਥੇ ਤਾਂ ਤਪੱਸਿਆ ਦੀ ਗੱਲ ਚੱਲਦੀ ਵੀ ਤਪੱਸਿਆ ਕਾਹਦੇ ਵਾਸਤੇ ਹੈ? ਸ਼ਕਤੀ ਨੂੰ ਪੈਦਾ ਕਰਨ ਵਾਸਤੇ ਹੈ ਤਪੱਸਿਆ। ਤਪੱਸਿਆ ਦੇ ਵਿੱਚ ਸ਼ਕਤੀ ਹੈ। ਆ ਏਡੀ ਵੱਡੀ ਜਿਹੜੀ ਖਲੋਗ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਆ ਤੁਸੀਂ ਵੇਖੋ ਆਪਾਂ ਕਿਵੇਂ ਕੰਬਦੇ ਫਿਰਨੇ ਆ। ਇਹ ਖਲੋਣ ਦੀ ਆਦਤ ਜਿਹੜੀ ਹੈ ਨਾ, ਖਲੋਣ ਦੀ ਸ਼ਕਤੀ ਜਿਹੜੀ ਹੈ, ਅਸੀਂ ਕਹਿ ਤੇ ਦਿੰਦੇ ਆ ਜੀ ਸਾਰੇ ਸਰੀਰ ਇੱਕੋ ਜਿਹੇ ਹੁੰਦੇ ਨੇ। ਅਸੀਂ ਝਟ ਕਹਿ ਦਿੰਦੇ ਆ ਜੀ ਆ ਵੀ ਸਰੀਰ ਸਾਰੇ ਕੁਦਰਤ ਦੇ ਬੰਦੇ ਇੱਕੋ ਜਿਹੇ ਬਣੇ ਹੋਏ ਨੇ, ਕੋਈ ਵੱਡਾ ਛੋਟਾ ਨਹੀਂ। ਸਰੀਰਕ ਤਲ ਤੇ ਇੱਕੋ ਜਿਹੇ ਨੇ, ਕਮਾਈ ਦੇ ਤਲ ਤੇ ਇੱਕੋ ਜਿਹੇ ਨਹੀਂ ਹਨ। ਇਹ ਧਿਆਨ ਵਿੱਚ ਰੱਖਣਾ। ਅਸੀਂ ਇਹ ਜਦੋਂ ਕੋਈ ਗਿਆਨ ਅਸੀਂ ਜੋੜਨਾ ਹੈ ਤਾਂ ਉਹਨੂੰ ਉਸ ਤਲ ਤੇ ਜੋੜਨਾ ਚਾਹੀਦਾ ਜਿਹਦੇ ਨਾਲ ਉਹ ਸੰਬੰਧ ਰੱਖਦਾ ਹੈ। ਜਦੋਂ ਅਸੀਂ ਕਹਿ ਦਿੰਦੇ ਹਾਂ ਜੀ ਬਾਬਾ ਦੀਪ ਸਿੰਘ ਦਾ ਵੀ ਉਵੇਂ ਦੇ ਸਰੀਰ ਸੀ ਜੀ, ਬਾਬਾ ਬੁੱਢੇ ਦਾ ਵੀ ਉਵੇਂ ਦੇ ਸਰੀਰ ਸੀ, ਬਾਬਾ ਬੁੱਢਾ ਕੋਈ ਖਾਸ ਥੋੜੀ ਸੀ, ਉਹ ਵੀ ਇੱਕ ਸਿੱਖ ਸੀ ਤੇ ਮੈਂ ਵੀ ਇੱਕ ਸਿੱਖ ਹਾਂ। ਪਹਿਲਾਂ ਆਪਣੇ ਆਪ ਨੂੰ ਇਹ ਪੁੱਛ ਕੇ ਵੇਖ ਲਈਏ, ਉਸ ਸਰੀਰ ਨੇ 112 ਸਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਇੱਕ ਪੈਰ ਤੇ ਖਲੋ ਕੇ ਕੀਤੀ, ਦਿਨ ਰਾਤ ਸਮਰਪਿਤ ਹੋ ਕੇ ਕੀਤੀ ਸੀ। ਫਿਰ ਸਾਡੇ ਕੋਲ ਉਨੀ ਸੇਵਾ ਵੀ ਨਹੀਂ, ਫਿਰ ਸੇਵਾ ਇੰਨੀ ਕੀਤੀ ਵੀ ਇੰਨੀ ਸੇਵਾ ਦੇ ਤਬਾਦਲੇ ਵਿੱਚ ਮੰਗਿਆ ਕੁਝ ਵੀ ਨਹੀਂ, ਅੰਦਰ ਇੱਛਾ ਕੋਈ ਵੀ ਨਹੀਂ ਹੈ। 112 ਸਾਲ ਦੀ ਸੇਵਾ ਦੇ ਵਿੱਚੋਂ ਮੰਗਿਆ ਕੀ ਹੈ? ਕੋਈ ਅਹੁਦਾ ਮੰਗਿਆ? ਗੁਰਤਾ ਕਦੀ ਮੰਗ ਸਕਦੇ ਸੀ ਵੀ ਮੈਨੂੰ ਇੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ, ਕੁਝ ਨਹੀਂ ਮੰਗਿਆ। ਇਸ ਲਈ ਇਹ ਕਹਿਣਾ ਵੀ ਜਿਵੇਂ ਦਾ ਬਾਬਾ ਬੁੱਢਾ ਸੀ ਉਵੇਂ ਦੇ ਆ, ਇਹ ਸ਼ਬਦ ਤੇ ਸਿੱਖਾਂ ਵਾਸਤੇ ਉਚਾਰੇ ਨੇ ਜੀ, ਬਾਬੇ ਬੁੱਢੇ ਵਾਸਤੇ ਨਹੀਂ ਉਚਾਰੇ। ਨਹੀਂ, ਬਾਬੇ ਬੁੱਢੇ ਦੀ ਵਿਸ਼ੇਸ਼ਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਐਵੇਂ ਨਹੀਂ ਤਲਵਾਰ ਦੇ ਸਾਹਮਣੇ ਖਲੋ ਗਏ, ਪਿੱਛੇ ਬੈਗ ਵਿੱਚ 27 ਸਾਲ ਦਾ ਜਪ ਤਪ ਖੜਾ ਹੈ। ਉਸ ਭਗਤੀ ਦੀ ਸਪੋਰਟ ਹੈ ਪਿੱਛੇ, ਨਹੀਂ ਤੇ ਲੱਤਾਂ ਕੰਬਣ ਲੱਗ ਪੈਂਦੀਆਂ ਬੰਦੇ ਦੀਆਂ। ਕਿਵੇਂ ਕਮਾਈ, ਕਿਵੇਂ ਪੂਰਾ ਆਵੇਗਾ ਉਸ ਰਾਹ ਦੇ ਉੱਤੇ? ਇਸ ਕਰਕੇ ਸਤਿਗੁਰੂ ਨੇ ਇੱਕ ਐਸੀ ਅਵਸਥਾ ਪੈਦਾ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਮਾਈ, ਉਹਨਾਂ ਨੇ ਆਪ ਸ਼ਹੀਦੀ ਚੁਣੀ ਤੇ ਆਪਣੇ ਸਿੱਖਾਂ ਦੀ ਜਿਹੜੀ ਸ਼ਹਾਦਤ ਸੀ ਉਹਦੀ ਖੇਡ ਵੀ ਆਪ ਬਣਾਈ ਹੈ। ਕੋਈ ਉਹਨਾਂ ਦੇ ਉੱਤੇ ਮਜਬੂਰੀ ਨਹੀਂ ਸੀ। ਤੇ ਤੀਜਾ ਸਿੱਖ ਭਾਈ ਦਿਆਲਾ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਣ ਦਾ, ਪਾਣੀ ਵਿੱਚ ਉਬਾਲਣ ਦਾ ਹੁਕਮ ਦਿੱਤਾ ਗਿਆ। ਤੇ ਜਦੋਂ ਪਾਣੀ ਵਿੱਚ ਉਬਾਲਣ ਦਾ ਹੁਕਮ ਦਿੱਤਾ ਤੇ ਕਹਿੰਦੇ ਦੇਗ ਦੇ ਥੱਲੇ ਅੱਗ ਬਲ ਰਹੀ ਸੀ, ਪਾਣੀ ਉਬਲ ਰਿਹਾ ਸੀ, ਭਾਈ ਦਿਆਲਾ ਜੀ ਕੋਲ ਖੜੇ ਨੇ ਤੇ ਜਲਾਦ ਕਹਿੰਦਾ ਵੀ ਵੜ ਜਾ ਵਿੱਚ ਦਿਆਲਿਆ। ਤੇ ਭਾਈ ਦਿਆਲਾ ਜੀ ਦੇਗ ਵੱਲ ਹੱਥ ਜੋੜ ਕੇ ਖੜੇ ਨੇ। ਜਲਾਦ ਨੇ ਸੋਚਿਆ ਵੀ ਡਰ ਗਿਆ, ਕਿਉਂਕਿ ਸੌਖਾ ਨਹੀਂ ਦੇਗ ਦੇ ਨੇੜੇ ਜਾਣਾ। ਸੋਚਦਾ ਵੀ ਡਰ ਗਿਆ ਸ਼ਾਇਦ, ਤੇ ਭਾਈ ਦਿਆਲੇ ਨੇ ਅੱਖਾਂ ਬੰਦ ਕੀਤੀਆਂ ਨੇ, ਹੱਥ ਜੋੜ ਕੇ ਖੜਾ ਦੇਗ ਵੱਲ। ਤੇ ਜਲਾਦ ਕਹਿੰਦਾ ਕੀ ਗੱਲ, ਡਰ ਆਉਂਦਾ ਹੈ? ਤੇ ਭਾਈ ਦਿਆਲੇ ਨੇ ਬੇਪਰਵਾਹੀ ਦੇ ਲਫ਼ਜ਼ਾਂ ਵਿੱਚ ਕਿਹਾ, ਕਹਿੰਦੇ ਡਰ ਤੇ ਉਦਣ ਦਾ ਅਸੀਂ ਕੱਢ ਕੇ ਬਾਹਰ ਵਗਾ ਦਿੱਤਾ ਜਿੱਦਣ ਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਜੁੜੇ। ਡਰ ਇੱਥੇ ਨਹੀਂ, ਡਰ ਉੱਥੇ ਹੁੰਦਾ ਜਿੱਥੇ ਕਿਸੇ ਚੀਜ਼ ਨੂੰ ਫੜ ਕੇ ਰੱਖੀਏ, ਉਹ ਬੰਦਾ ਡਰਿਆ ਰਹੇਗਾ। ਜਿੱਥੇ ਸਭ ਕੁਝ ਸੌਂਪ ਹੀ ਦਿੱਤਾ ਹੈ ਤਾਂ ਉੱਥੇ ਡਰ ਕਾਹਦਾ ਹੈ? ਫਿਰ ਤੂੰ ਖੜਾ ਕਿਉਂ ਹੈ? ਕਹਿਣ ਲੱਗਾ ਦੇਗ ਨੂੰ ਮੈਂ ਹੱਥ ਨਹੀਂ ਜੋੜ ਰਿਹਾ, ਨਾ ਮੈਂ ਪਾਣੀ ਨੂੰ ਹੱਥ ਜੋੜ ਰਿਹਾ।
मैं तो इस देग दे विच बैठे हुए गुरु अर्जन देव पातशाह जी दे अगे अरदास कर रहा। वो की अरदास कर रहे हैं? कहते अज देग दे विच बहन का मैनू मौका मिलिया ते अज तो पहला मेरा गुरु अर्जन देव सच्चे पातशाह देग विच बैठे सी लाहौर विच, ते मैं इस गल विच अपने आप नू खुशकिस्मत समझना कि सच्चे पातशाह ये काम ते तेरा सी ते तू अपने तो बाद मेरी झोली विच वडियाई पाई है, इस करके मैं धन्नवाद कर रहा सी गुरु अर्जन देव जी का। दूसरी गल मैं अरदास कर रहा सी, गुरु अर्जन देव सच्चे पातशाह जी आ शरीर दयाले दा है, पर दयाले विच शक्ति नहीं, उबलदे पानी का सामना करे, बवेगा दयाला पर सेक तुसी चलना है। बवेगा दयाला, वडियाई दयाले नू मिलेगी। ते ये बाणी विच बचन आउंदे ने कि संतन दुख पाए ते दुखी, सुख पाए साधन के सुखी। सिख नू सेक थोड़ी गुरु लगन दिंदा। सतगुर सिख की करै प्रतिपाल, सेवक को गुर सदा दयाल। गुरु नू सेक लगदा है, कंडा सिख नू चुभदा, दर्द गुरु नू हुंदी। इस करके एक पक्ष विच मैं कई बारी बेनती करया करना भी जिदन सिख सिख बन जाता है, वो एक क्लास पार कर जाता है, उहदे तो बाद उहनूं अरदास नहीं करनी पैंदी। अपनी रखिया वास्ते उहनूं अरदास नहीं करनी पैंदी। अरदास की लोड़ उन्ना चिर है जिन्ना चिर अजे सिख होण विच कुछ कमी है, क्योंकि जिदन सिख गुरसिख बन गया, ਉਹਦੇ शरीर नूं कंडा ਉਹਨੂੰ चुभदा ते दर्द गुरु नूं जांदी। गुरु आपे रखिया करदा। ठंड सिख नूं लगदी है ते ਉਹ ਜਿਹੜਾ ठंड ਦਾ असर गुरु तक ਜਾਂਦਾ भी मेरे सिख नूं ठंड पई लगदी है। इस करके भाई दयाला जी उस देग विच बैठ के उबल गए। भाई मती दास जी शहीद हो गए, भाई सती दास जी शहीद हो गए, ते गुरु तेग बहादुर साहब सामने उन्होंने पिंजरा खड़ा किया होया ते विखा रहे ने, कहते देख लो आ हाल होना तुहाडा भी। ते जदों सिख शहीद हुंदे सन ना पए, धन गुरु तेग बहादुर साहब जी दे चेहरे ते थोड़ा जिहा रेखावां कसियां सन मत्थे ते, जिवें कोई चिंता विच हुंदे, थोड़ा जिहा थोड़ी जी चिंता विच लगदे ने। ते थोड़ी जी उम्मीद बनी उस काजी बहाव वोरे नूं बई शायद काम बन ही जाए। सिखां नूं शहीद हुंदियां वेख के गुरु डरी जांदा। चेहरे दे उत्ते थोड़ी जी रेखावां सन जिवें चिंता हुंदी है जदों सिख शहीद हो रहे सन। भाई दयाला उबालिया जा रहा सी, ते जदों भाई दयाला भी शहीद हो गया ते तिन्ने सिख शहीद हो गए, ते एकदम गुरु तेग बहादुर साहब जी का चेहरा खिड़ गया खुशी नाल। वो हैरान हो गए, कहन लगे महाराज जदों शहीद हो रहे सी उदों तां चिंता विच सी, ते हुण तुहानूं खेड़ा आ गया, हुण खुशी आ गई, इहदा की कारण है? सतगुरु ने कहा भी जदों कोई अध्यापक अपने विद्यार्थियों नूं पढ़ाउंदा है ना, जिन्ना चिर वो अपने एग्जाम विचों टैसट विचों पास नहीं हुंदे, उन्ना चिर उहदे अध्यापक नूं चिंता रहिंदी है भी किते फेल ना हो जाए। कहन लगे हुण खुश क्यों होए हो? कहन लगे जो कुछ मैं इन्हां तिन्नां सिखां नूं सारी जिंदगी पढ़ाया सी, अज उहदा टैसट सी, ते मैं तां चिंता विच सां भी टैसट दे विचों किते फेल ना हो जाण, पर रब ने बड़ी किरपा कीती, पूरे 100 दे 100 नंबर लैके पास होए ने। इस करके हुण खुशियां ने, हुण बख्शां ने। तां सतगुरु तेग बहादुर साहब सच्चे पातशाह जी ने आप अपनी जिंदगी दे विच आप शहादत नूं अपने उत्ते हंडाया है। ये उन्हां दा शौक सी, ये उन्हां दा अपना मन सी। इस करके कलगीधर पातशाह कहंदे ठीक कर फोर दलीस सिर, प्रभुपुर किया बयान, तेग बहादुर सी किरिया करी न किन्हू आन। अपना शरीर यतीम लोकां दे उत्ते वार दिता, ते कलगीधर पातशाह कहंदे इस तरह का काम होर किसी ने कीता नहीं। क्यों? सीस दा संस्कार किते, धड़ दा संस्कार किते, उन्हां सिखां दी कोई घट कमाई नहीं। भाई लखी शाह वणजारा, भाई नगाईया,
जिन्हां ने गुरु तेग बहादुर साहब जी का धड़ चुक के अपने घर विच लिआंदा। उस सिख की कोई घट कमाई नहीं साध संगत जी। जिहड़ा सिख भाई जैता जिन्हों रंग रेटा गुरु का बेटा कहा है, ਉਹਦੀ कोई घट कमाई नहीं। जिन्हें दिल्ली तो गुरु तेग बहादुर साहब जी का उस समय सीस चुक के आनंदपुर साहब तक लैके गए। भावें कम विच गुरु साहब आप उन्हां दी कला वरत रही सी, क्योंकि इतिहास कई प्रकार दे ने। हुण असीं जदों इतिहास सुणाउने आ ना जां पढ़ने आ, असीं कोई पोथी किसी दे हत्थ विच आउंदी, कोई किसी दे हत्थ विच आउंदी है, कई चीज़ां तजर्बे विचों लंघदियां ने। उदों सानू ये ध्यान रखना चाहिए भी जरूरी ये नहीं भी जो कुछ मैं हुण एक चीज़ मैं पढ़ी दूसरी दूजे के हत्थ विच आ गई, पर वो गुरमत दे नाल मेल खांदी होनी चाहिए है। ये नहीं भी जो मर्जी पढ़ के सुना दईए। तो कुछ इस तरह के हवाले भी ने जिन्हां दे विच इत्थों दा जेलर जिहड़ा सी, जिहड़ा जेल सुपरडेंट सी, बड़ा करख्त सी वो बंदा, अब्दुल्ला उहदा नाम लिखिया, बहुत सख्त सी, गाल तो बिना वो बोलदा नहीं सी। ते एक दिन अमृत वेले जदों गुरु तेग बहादुर साहब जी आनंद दे विच खड़े सन, सिमरन कर रहे सन, ते तुरदा तुरदा कोलों दी लंघिया ते महाराज नूं सच्चे पातशाह जी नूं तरस आ गया। तरस काहदे ते आया भी इनू इन्ना कीमती शरीर वाहिगुरू ने दिता है ते सारी उम्र इनू तपदियां सड़दियां लंघ गई, एक छट्टा बाबे नानक दी बख्शिश दा इहदे उत्ते भी मार दी। महाराज ने रहमत कीती ते ओ अवस्था जपजी साहब दी इहदे ते वरता दिती, जिन्नू बाणी विच कहा जिन को नदर करम तिनकार नानक नदरी नदर निहाल। महाराज ने नदर पाई इहदे उत्ते, इहदा मन बदल गया। इस पंक्ति नू प्यार नाल सारे पढ़िए। नानक नदरी नदर निहाल, नानक नदरी नदर निहाल, नानक नानक नदरी नदर निहाल, नानक नदरी नदर निहाल, नानक आन के कहंदा सच्चे पातशाह मेरा जी करदा जे मैं सेवा कर सकां, जे आप जी कहो ते मैं रातों रात तुहानूं इत्थों बाहर कढ के आनंदपुर साहिब पहुंचा देना। सतगुरु कहंदे अब्दुल्लिया असी ते आप आए हैं, सानू आ सलाखां थोड़ी रोक सकदियां ने, सानू आ कंदले थोड़ी रोक सकते हैं। असी चाहिए तो हुणे जिथे मर्जी चले जाइए, ये तो साडी खेड है, ये तो गुरु का काम है। साध संगत जी ये तो गुरु तो बहुत वड्डा हुंदा है, ये तो गुरु दे बख्शे होए ने, जिहड़े गुरु दे बख्शे होए वो भी दावा करके उन्होंने मैं सुनिया कह दिता सी भी दुनिया विच अज तक कोई जेल नहीं बनी ते कोई हथ कड़ी नहीं बनी जिहड़ी इहनूं रोक सके। ये गुरु दे सिखां दे बचन ने, ते करके विखाया। जेल दे विचों दरबार साहब इशनान करके विखा दिता भी इस तरह सिख बाहर जा सकदा। अज तो हुण तरक्की इन्ना, पहलां कहंदे ने होया किवें, बस इत्थों गल शुरू कर देना। ये होया किवें जी, हुण होया किवें? हुण एक बंदा पहलवान है, वो सारा दिन कसरत करदा, वो किलो घिओ भी पचा जांदा, ते दूजे ने अपना उठ के कदी थाली भांडा भी चुक के नहीं रखिया, ते उहनूं कहो भी किलो घिओ भी खा लईदा है, वो कहेगा ये होया किवें? ये उन्हां नूं पता जिहड़े कसरत करदे ने, ये उन्हां नूं पता जिहड़े जिन्हां ने जप तप कीता है किवें हुंदा है। इसलिए इहनूं एक दूजे नाल मिलिया नहीं जा सकदा। ਇਹਦੇ ਤੇ सतगुरां ने कृपा कर दी। कहन लगे अब्दुल्लिया तू कहना असी चले जाइए, असी तो अपनी मौज विच इत्थे आ शरीर दा भांडा है ते औरंगजेब दा राज नष्ट करना है शरीर दा कुर्बानी करके। नहीं महाराज मेरे वालों कोई सेवा ते मैं ते तैयार पर। ते हजूर कहंदे कि तैनूं पता है जे तू साडी इमदाद कीती तेरा की बनेगा? बागियां दी इमदाद की हुंदी है? कौन बागियां दे नाल तुरदा है? असी करने आ ना, असी वेखने भी जिहड़ा बंदा ताकत विच उहदे नाल जुड़ जाओ। बागी दे नेड़े कौन आउंदा है? वो खतरा मुल लेना। पर जदों प्यार पैदा हुंदा है गुरु दा,
ਉਦੋਂ ਖੁਸ਼ੀ ਪੈਦਾ ਹੁੰਦੀ, ਉਹਦਾ ਜੀ ਕਰਦਾ ਮੈਂ ਆਪਣੇ ਪਿਆਰੇ ਤੋਂ ਕੁਝ ਨਾ ਕੁਝ ਵਾਰਾਂ, ਕੁਝ ਨਾ ਕੁਝ ਦਿਆਂ, ਇਹਨੂੰ ਭੇਟਾ ਕਰਦੇ। ਅਬਦੁੱਲਾ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਖੁਸ਼ਕਿਸਮਤੀ ਹੋਵੇਗੀ ਜੇ ਤੁਹਾਡੀ ਸੇਵਾ ਕਰਦਿਆਂ ਮੇਰੀ ਨੌਕਰੀ ਚਲੀ ਜਾਏ, ਜੇ ਮੇਰਾ ਸਿਰ ਕਲਮ ਹੋ ਜਾਏ, ਮੇਰੀ ਖੁਸ਼ਕਿਸਮਤੀ ਹੋਵੇਗੀ। ਕਿਉਂਕਿ ਬਾਣੀ ਕਹਿੰਦੀ ਏ ਜਿਹਦੇ ਅੰਦਰ ਪਿਆਰ ਜਾਗਦਾ ਉਹ ਕਹਿੰਦਾ ਵਾਰਿਆ ਨਾ ਜਾਵਾਂ ਏਕ ਵਾਰ, ਮੈਂ ਇੱਕ ਵਾਰੀ ਤੇਰੇ ਤੋਂ ਕੁਰਬਾਨ ਹੋ ਜਾ ਤੇ ਕਿੰਨੀ ਵੱਡੀ ਗੱਲ ਹੋਵੇਗੀ, ਕਿੰਨੀਆਂ ਬਖਸ਼ਾਂ ਹੋਣਗੀਆਂ। ਗੁਰੂ ਸਾਹਿਬ ਦੇ ਬਚਨ ਪੜ੍ਹੀਏ, ਵਾਰਿਆ ਨਾ ਜਾਵਾਂ ਏਕ ਵਾਰ, ਵਾਰਿਆ ਨਾ ਜਾਵਾਂ ਏਕ ਵਾਰ, ਵਾਰਿਆ ਨਾ ਜਾਵਾਂ, ਵਾਰਿਆ ਨਾ ਜਾਵਾਂ ਏਕ ਵਾਰ, ਵਾਰਿਆ ਨਾ ਜਾਵਾਂ ਏਕ ਵਾਰ, ਵਾਰਿਆ ਨਾ। ਮੇਰੀ ਖੁਸ਼ਕਿਸਮਤੀ ਹੋਵੇਗੀ ਮੈਂ ਕੁਰਬਾਨੀ ਦੇ ਦਿਆਂ। ਸਤਿਗੁਰੂ ਨੇ ਕਿਹਾ ਜੇ ਕੁਰਬਾਨੀ ਕਰਨਾ ਚਾਹੁੰਦਾ ਹੈ ਇੱਕ ਕੰਮ ਕਰਦੇ, ਬਾਹਰ ਜੈਤਾ ਫਿਰਦਾ ਪਿਆ ਮੁਸਲਮਾਨ ਸਿਪਾਹੀਆਂ ਦੇ ਭੇਸ ਵਿੱਚ, ਉਹਨੂੰ ਸੱਦ ਕੇ ਲਿਆ, ਉਹ ਮੈਨੂੰ ਮਿਲਾ, ਇਹ ਕੰਮ ਕਰ ਸਕਣਾ। ਕਹਿੰਦਾ ਮਹਾਰਾਜ ਇਹ ਤੇ ਗੱਲ ਹੀ ਕੋਈ ਨਹੀਂ, ਇਹ ਤਾਂ ਹੁਣੇ, ਕਿਉਂਕਿ ਜਿੱਥੇ 3 ਸਿੱਖ ਨਾਲ ਸਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਉੱਥੇ ਗੁਰੂ ਕੇ ਸਵਾਰਿਓ ਨਾਲ 4 5 7 ਸਿੱਖ ਹੋਰ ਸੇਵਾ ਕਰ ਰਹੇ ਸਨ। ਭਾਈ ਲੱਖੀ ਸ਼ਾਹ ਵਣਜਾਰਾ ਐਵੇਂ ਨਹੀਂ ਉਧਰ ਚਲਾ ਗਿਆ ਆਪਣੇ ਗੱਡੇ ਲੈ ਕੇ, ਐਵੇਂ ਨਹੀਂ ਚਲਾ ਗਿਆ। ਹਰ ਇੱਕ ਸੇਵਾ ਦਾ ਸਿਸਟਮ ਹੁੰਦਾ। ਕਈ ਵਾਰੀ ਇਤਿਹਾਸ ਦੇ ਵਿੱਚ ਇਹ ਗੱਲਾਂ ਆ ਜਾਂਦੀਆਂ ਵੀ ਦਿੱਲੀ ਦੇ ਸਿੱਖਾਂ ਨੇ ਇਮਦਾਦ ਨਹੀਂ ਕੀਤੀ, ਨਹੀਂ ਐਸੀ ਗੱਲ ਨਹੀਂ। ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੂੰ ਪੜ੍ਹੋ, ਬੰਸਾਵਲੀ ਨਾਮਾ ਪੜ੍ਹੋ, ਇਹ ਗ੍ਰੰਥ ਨੇ ਪੁਰਾਣੇ, ਉਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਵੀ ਲਿਖਿਆ ਹੈ ਕਿ ਸਿੱਖਾਂ ਨੇ ਉਸ ਕਾਜੀ ਨੂੰ ਕੁਝ ਨਾ ਕੁਝ ਮਾਇਆ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਸੀ। ਇੱਥੋਂ ਤੱਕ ਵੀ ਕਰੋੜ ਰੁਪਈਆ ਲਿਖਿਆ ਹੋਇਆ, ਕਿਉਂਕਿ ਉਹ ਬੰਦਾ ਲਾਲਚੀ ਸੀ, ਲੋਭੀ ਸੀ, ਉਹ ਲਾਲਚੀ ਸੀ ਤੇ ਸਿੱਖਾਂ ਨੇ ਮਾਇਆ ਇਕੱਠੀ ਕਰਕੇ, ਕਿਉਂਕਿ ਪਿਆਰ ਤੇ ਹੈ ਹੀ ਹੈ ਨਾ, ਵੇਖੋ ਹਰ ਇੱਕ ਸਿੱਖ ਦੇ ਅੰਦਰ, ਕਿਸੇ ਦੇ ਅੰਦਰ ਹੁਣ ਘੱਟ ਤਾਕਤ ਹੈ, ਕਿਸੇ ਵਿੱਚ ਜ਼ਿਆਦਾ ਤਾਕਤ ਹੈ ਸੇਵਾ ਕਰਨ ਦੀ। ਕੋਈ ਸਿਰ ਦੇ ਸਕਦਾ ਹੈ, ਕੋਈ ਪੈਸੇ ਨਾਲ ਸੇਵਾ ਕਰ ਸਕਦਾ, ਕੋਈ ਹੱਥੀਂ ਸੇਵਾ ਕਰਦਾ। ਜਦੋਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਤਾ ਲੱਗਾ ਨਾ ਵੀ ਮਾਇਆ ਦੇ ਕੇ ਮੈਨੂੰ ਛਡਾਉਣਾ ਚਾਹੁੰਦੇ, ਗੁਰੂ ਸਾਹਿਬ ਬਹੁਤ ਨਾਰਾਜ਼ ਹੋਏ। ਕਹਿੰਦੇ ਮੇਰੇ ਕੰਮ ਵਿੱਚ ਦਖਲ ਨਾ ਦਿਆ ਜੇ, ਮੇਰਾ ਕਾਰਜ ਸਿਰੇ 'ਚ ਲੱਗਣ ਲੱਗਾ, ਦਖਲ ਨਾ ਦੇਣਾ। ਉਹ ਨਾ ਕਰ ਦਿੱਤੀ। ਦੂਜੀ ਗੱਲ, ਜਿੰਨੇ ਭਾਈ ਲੱਖੀ ਸ਼ਾਹ ਵਣਜਾਰਾ, ਜਿੰਨੇ ਸਿੱਖ ਸਨ, ਇਹ ਵੀ ਸਾਧ ਸੰਗਤ ਜੀ ਕਿਸੇ ਸਿਸਟਮ ਵਿੱਚ, ਭਾਈ ਉਹਦਾ, ਭਾਈ ਜੈਤਾ, ਭਾਈ ਆਗਿਆ ਰਾਮ, ਭਾਈ ਨਨੂਆ, ਲੰਬਾ ਇਤਿਹਾਸ ਹੈ, ਮੈਂ ਸ਼ਬਦ ਦੀ ਵਿਆਖਿਆ ਵੀ ਕਰਨੀ ਹੈ। ਤਾਂ ਭਾਈ ਜੈਤੇ ਨੂੰ ਅਬਦੁੱਲਾ ਕੋਲ ਲੈ ਕੇ ਆਉਂਦਾ, ਨੇੜੇ ਲੈ ਕੇ ਆਇਆ, ਨੇੜੇ ਲਿਆ ਕੇ ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਜੈਤਿਆ ਹੁਣ ਅਸਾਂ ਸ਼ਹੀਦੀ ਦੇ ਦੇਣੀ, ਤੇਰੀ ਇੱਕ ਸੇਵਾ ਹੈ, ਸਿੱਖ ਦੇ ਪੈਰਾਂ ਥੱਲੇ ਜ਼ਮੀਨ ਨਿਕਲੀ, ਤੇਰੀ ਕੀ ਸੇਵਾ, ਮੇਰੀ ਕੀ ਸੇਵਾ ਸੱਚੇ ਪਾਤਸ਼ਾਹ ਜੀ। ਮਹਾਰਾਜ ਹੁਕਮ ਕਰੋ ਪਰ ਮੇਰੇ ਤੋਂ ਇਹ ਸਹਿਆ ਨਹੀਂ ਜਾਣਾ। ਕਹਿਣ ਲੱਗੇ ਤੇਰੀ ਇੱਕ ਸੇਵਾ ਹੈ, ਤੂੰ ਸਾਡਾ ਸੀਸ ਚੁੱਕ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਨੰਦਪੁਰ ਸਾਹਿਬ ਲੈ ਕੇ ਜਾਣਾ। ਤੇ ਭਾਈ ਜੈਤਾ ਸਾਧ ਸੰਗਤ ਜੀ ਇਸ ਗੱਲੋਂ ਇੱਕ ਵਾਰੀ ਥਿੜਕ ਗਿਆ, ਕਿਉਂਕਿ ਵੇਖੋ ਜਿਸ ਗੁਰੂ ਨਾਲ ਇੰਨਾ ਪਿਆਰ ਕੀਤਾ ਹੋਵੇ ਉਹਦੀ ਸ਼ਹਾਦਤ ਸਾਹਮਣੇ ਵੇਖ, ਇੱਕ ਵਾਰੀ ਹਿੱਲ ਗਿਆ। ਏਡਾ ਸੂਰਮਾ ਸੀ ਭਾਈ ਜੈਤਾ ਵੀ ਕਿਵੇਂ ਮੈਂ ਤੁਹਾਡਾ ਸੀਸ ਚੁੱਕ ਕੇ ਲੈ ਕੇ ਜਾਵਾਂਗਾ। ਸਤਿਗੁਰੂ ਨੇ ਦੂਜਾ ਬਚਨ ਵਰਤਿਆ, ਕਹਿਣ ਲੱਗੇ ਭਾਈ ਜੈਤਿਆ ਸਰੀਰ ਤੇਰਾ ਹੋਵੇਗਾ, ਹਿੰਮਤ ਗੁਰੂ ਨਾਨਕ ਦੇਵ ਜੀ ਦੇਣਗੇ। ਸਰੀਰ ਤੇਰਾ ਹੋਵੇਗਾ, ਕੰਮ ਤੂੰ ਨਹੀਂ ਕਰਨਾ। ਜਿੰਨੇ ਕੰਮ ਨੇ ਸਿੱਖੀ ਦੇ, ਮੈਂ ਕੱਲ ਵੀ ਕਿਸੇ ਥਾਂ ਤੇ ਬੇਨਤੀ ਕੀਤੀ ਸੀ ਵੀ ਆਪਾਂ ਤੇ ਸਾਰੇ, ਤੁਸੀਂ ਵੇਖਿਆ ਹੋਣਾ ਚਾਬੀ ਵਾਲਾ ਖਿਡੌਣਾ ਬੱਚੇ ਖੇਡਦੇ ਨੇ, ਚਾਬੀ ਵਾਲਾ ਖਿਡੌਣਾ, ਟਰੈਕਟਰ ਚਾਬੀ ਵਾਲਾ ਛੋਟਾ ਜਿਹਾ, ਕੀ ਹੁੰਦਾ ਹੈ? ਉਹ ਚਾਬੀ ਭਰਨ ਵਾਲਾ ਜਿੰਨੀ ਕੁ ਭਰਦਾ ਹੈ ਓਨਾ ਭੱਜਦਾ ਹੈ, ਜਿੱਥੇ ਚਾਬੀ ਖਤਮ ਹੋ ਜਾਂਦੀ ਉੱਥੇ ਖਲੋ ਜਾਂਦਾ ਹੈ।
ਤੇ ਮੈਂ ਬੇਨਤੀ ਕਰਾਂ, ਜਿਸ ਖਿੱਤੇ ਵਿੱਚ ਵੀ ਅਸੀਂ ਸੇਵਾ ਕਰ ਰਹੇ ਹਾਂ, ਕੋਈ ਕਥਾ ਕਰ ਰਹੇ ਹਾਂ, ਕੋਈ ਕੀਰਤਨ ਕਰ ਰਹੇ ਹਾਂ, ਕੋਈ ਵਿਦਵਾਨ ਹੈ, ਕੋਈ ਪ੍ਰਬੰਧ ਕਰ ਰਿਹਾ ਹੈ, ਕੋਈ ਸੰਤ ਹੈ, ਕੋਈ ਕੁਝ ਵੀ ਸਮਾਜ ਸੇਵੀ ਹੈ, ਜਿੱਦਣ ਇਹ ਮੰਨ ਕੇ ਤੁਰਾਂਗੇ ਨਾ ਸਾਧ ਸੰਗਤ ਜੀ ਕਿ ਆ ਤੇ ਵੇ ਖਿਡਾਉਣਾ, ਚਾਬੀ ਭਰਨੀ ਹੈ ਗੁਰੂ ਗ੍ਰੰਥ ਸਾਹਿਬ ਨੇ, ਉਸ ਦਿਨ ਸੇਵਾ ਇਸ ਘਰ ਵਿੱਚ ਪ੍ਰਵਾਨ ਹੋ ਜਾਏਗੀ। ਅਰਦਾਸ ਕਰਾਂਗੇ ਵੀ ਚਾਬੀ ਤੁਸਾਂ ਭਰਨੀ ਸੱਚੇ ਪਾਤਸ਼ਾਹ, ਇੰਨੀ ਭਰੋਗੇ ਉਨੀ ਚੱਲੇਗੀ, ਜਿੱਦਣ ਤੁਸੀਂ ਨਾ ਕਰ ਦਿੱਤੀ ਉਦਣ ਇਹਨੇ ਚੱਲਣਾ ਨਹੀਂ, ਖਿਡਾਉਣੇ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੈਤਿਆ ਤੂੰ ਕੁਝ ਨਹੀਂ ਕਰਨਾ, ਤੂੰ ਸਿਰਫ ਹਾਜ਼ਰ ਹੋਣਾ ਹੈ, ਵੇਖੀ ਕੰਮ ਕਿਵੇਂ ਹੋਵੇਗਾ। ਸ਼ਹਾਦਤ ਹੋਈ ਤੇ ਜੈਤਾ ਸੀਸ ਚੁੱਕ ਕੇ ਲੈ ਕੇ ਗਿਆ। ਹਨੇਰੀ ਚੱਲੀ, ਬਹੁਤ ਲੰਮਾ ਮੈਂ ਕਹਿ ਨਹੀਂ ਸਕਣਾ ਸਾਰਾ, ਅੱਗੇ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵਿਦਵਾਨਾਂ ਤੋਂ ਸਾਰੀਆਂ ਗੱਲਾਂ ਸੁਣੋਗੇ, ਕਿਵੇਂ ਪੜਾ ਕਰ ਕਰਕੇ ਕਰਨਾਲ, ਤਰਾਵੜੀ, ਜਿੱਥੇ ਨਾਭਾ ਸਾਹਿਬ, ਇੱਥੇ ਇੱਕ ਫਕੀਰ ਰਹਿੰਦਾ ਸੀ, ਗੁਰਦੁਆਰਾ ਨਾਭਾ ਸਾਹਿਬ, ਇੱਥੇ ਫਕੀਰ ਰਹਿੰਦਾ ਸੀ, ਦਰਗਾਹ ਬਣੀ ਹੋਈ ਸੀ ਇੱਥੇ। ਉਹ ਗੁਰੂ ਸਾਹਿਬ ਨਾਲ ਪਿਆਰ ਕਰਦਾ ਸੀ ਤੇ ਭਾਈ ਜੈਤੇ ਨੇ ਸੱਚੇ ਪਾਤਸ਼ਾਹ ਦਾ ਸੀਸ ਚੁੱਕਿਆ ਹੈ ਤੇ ਰਾਤ ਦੇ ਅੱਧੀ ਰਾਤ ਉਹਦੀ ਝੁੱਗੀ ਦਾ ਦਰਵਾਜ਼ਾ ਖੜਕਾਇਆ। ਉਹਨੇ ਵੇਖਿਆ ਸਿੱਖ ਹੈ, ਦਰਵਾਜ਼ਾ ਖੋਲਿਆ, ਉਹਨੂੰ ਪਤਾ ਨਹੀਂ, ਉਹਨੇ ਕਿਹਾ ਤੂੰ ਆਰਾਮ ਕਰ ਲੈ ਤੇ ਆ ਸਮਾਨ ਇੱਥੇ ਰੱਖ ਦੇ। ਉਹ ਸੀਸ ਨੂੰ ਸਮਾਨ ਸਮਝਦਾ ਪਿਆ ਤੇ ਭਾਈ ਜੈਤੇ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ। ਕਹਿਣ ਲੱਗੇ, ਫਕੀਰ ਸਾਈਂ, ਤੇ ਉਹ ਪੁੱਛਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਕੀ ਹਾਲ ਹੈ, ਉਹਨੂੰ ਪਤਾ ਸੀ ਦਿੱਲੀ ਗਏ ਨੇ। ਭਾਈ ਜੈਤਾ ਕਹਿੰਦਾ, ਫਕੀਰ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੀ ਹਾਲ ਪੁੱਛਦੇ ਹੋ? ਗੁਰੂ ਤੇਗ ਬਹਾਦਰ ਸਾਹਿਬ ਤੇ ਤੇਰੇ ਘਰ ਆਏ ਹੋਏ ਨੇ। ਕਹਿੰਦੇ ਮੇਰੇ ਘਰ? ਤੇ ਸੀਸ ਦੇ ਉੱਤੋਂ ਕੱਪੜਾ ਚੁੱਕ ਦਿੱਤਾ, ਕਹਿੰਦੇ ਲੈ ਦਰਸ਼ਨ ਕਰ ਲੈ। ਉਹਨੇ ਸਾਧ ਸੰਗਤ ਜੀ ਬਾਹਾਂ ਖੜੀਆਂ ਕਰਕੇ ਦੁਆ ਕੀਤੀ, ਅੱਲਾ ਅੱਲਾ ਕਰਕੇ ਕਹਿਣ ਲੱਗਾ, ਇਸ ਦੁਸ਼ਟ ਦਾ ਰਾਜ ਖਤਮ ਹੋ ਜਾਏ। ਇਸ ਤਰ੍ਹਾਂ ਮਹਾਰਾਜ ਨੇ ਸ਼ਹੀਦੀ ਦੇ ਕੇ ਇਹ ਜ਼ੁਲਮ ਰਾਜ ਖਤਮ ਕੀਤਾ ਸੀ। ਤਾਂ ਮਹਾਰਾਜ ਦੇ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹ ਥੋੜੇ ਜਿਹੇ ਆਪਾਂ ਹੁਣ ਤੁਸੀਂ ਕਾਗਲਤਾ ਬਖਸ਼ਿਓ ਵੀ ਮੈਂ ਪਹਿਲਾਂ ਵੀ ਬੇਨਤੀ ਕਰਿਆ ਕਰਨਾ ਵੀ ਜਦੋਂ ਬਾਣੀ ਆਉਂਦੀ ਉਦੋਂ ਅਸੀਂ ਹੱਲ ਜੁਲ ਕਰ ਦਿੰਦੇ ਹਾਂ। ਬਚਨ ਨੇ ਗੁਰੂ ਸਾਹਿਬ ਦੇ, ਉਹਨਾਂ ਨੂੰ ਸਰਵਣ ਕਰੀਏ। ਦੋਹਰਾ ਹਜੂਰ ਕਹਿੰਦੇ, ਬਲ ਛੁੱਟ ਕਿਉ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਵੈਸੇ ਤਵਾਰੀਖ ਵਿੱਚ ਮਿਲਦਾ ਹੈ ਵੀ ਇਹ ਬਚਨ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖ ਕੇ ਗੁਰੂ ਗੋਬਿੰਦ ਸਿੰਘ ਨੂੰ ਪ੍ਰੀਖਿਆ ਵਾਸਤੇ ਭੇਜਿਆ ਸੀ ਵੀ ਕਿੰਨੀ ਕੁ ਜ਼ਰੂਰਤ ਹੈ। ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਵੀ ਹੋਇਆ, ਮਹੱਲਾ 10ਵਾਂ ਵੀ ਲਿਖਿਆ, ਚਲੋ ਗੱਲ ਵੱਖਰੀ ਹੈ। ਜੋ ਵੀ ਹੋਵੇ ਜੋਤ ਇੱਕੋ ਹੀ ਹੈ, 10 ਪਾਤਸ਼ਾਹ ਇੱਕੋ ਜੋਤ ਨੇ। ਤਾਂ ਇਹਦੇ ਵਿੱਚ ਕਹਿੰਦੇ ਬਲ ਛੁਟਕਿਓ, ਜਦੋਂ ਕਿਸੇ ਮਨੁੱਖ ਦਾ ਬਲ ਖਤਮ ਹੋ ਜਾਂਦਾ ਹੈ ਤੇ ਉਹਦਾ ਕੋਈ ਉਪਾਅ ਵੀ ਨਹੀਂ ਚੱਲਦਾ। ਇੱਥੇ ਇਸ਼ਾਰਾ ਕਰ ਰਹੇ ਨੇ ਹਿੰਦੁਸਤਾਨ ਦੀ ਜਨਤਾ ਦਾ ਬਲ ਖਤਮ ਹੋ ਚੁੱਕਾ ਹੈ ਤੇ ਇਸ ਗੁਲਾਮੀ ਨੂੰ ਤੋੜਨ ਵਾਸਤੇ ਇਹਨਾਂ ਦੇ ਕੋਲ ਕੋਈ ਉਪਾਅ ਵੀ ਨਹੀਂ ਹੈ, ਕੋਈ ਯਤਨ ਵੀ ਨਹੀਂ। ਕਿਵੇਂ ਕਰ ਸਕਣਗੇ? ਭਾਵੇਂ ਇਹਨੂੰ ਅਧਿਆਤਮ ਪਾਸੇ ਲਾ ਲਓ, ਭਾਵੇਂ ਇਹਨੂੰ ਸਮਾਜਿਕ ਕ੍ਰਾਂਤੀ ਵੱਲ ਲਾ ਲਓ, ਦੋਵਾਂ ਪਾਸੇ ਲੱਗ ਜਾਂਦਾ ਹੈ ਜਿਹੜਾ ਸਲੋਕ ਹੈ। ਜਦੋਂ ਮਨੁੱਖ ਦਾ ਅੰਦਰੋਂ ਬਲ ਖਤਮ ਹੋ ਜਾਂਦਾ ਹੈ, ਉਹ ਕਈ ਯਤਨ ਕਰਦਾ ਹੈ ਤੇ ਯਤਨ ਵੀ ਨਹੀਂ ਚੱਲਦੇ। ਬਲ ਛੁੱਟ ਕੇ ਉਹ ਬੰਧਨ ਪਰੇ, ਬੰਧਨ ਪੈ ਗਏ, ਰੱਸੀਆਂ ਪੈ ਗਈਆਂ। ਕਛੂ ਨਾ ਹੋਤ ਉਪਾਏ, ਤੇ ਕੋਈ ਯਤਨ ਵੀ ਨਹੀਂ ਚੱਲਦਾ। ਉਦੋਂ ਫਿਰ ਕੀ ਹੁੰਦਾ? ਉਦੋਂ ਅਰਦਾਸ ਨਿਕਲਦੀ ਅੰਦਰੋਂ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਹੋ ਨਾਨਕ ਆਬਿਓਟ ਹਰ, ਗਜ ਜਿਉ ਸਹਾਏ। ਗਜ ਇੱਕ ਹਾਥੀ ਦਾ ਨਾਮ ਹੈ, ਉਹਦੀ ਉਦਾਹਰਨ ਦੇ ਰਹੇ ਨੇ ਵੀ ਜਦੋਂ ਉਹਨੂੰ ਤੇਂਦੂਏ ਨੇ ਫੜ ਲਿਆ ਨਾ ਤੇ ਉਹਨੇ ਉੱਚੀ ਸੁੰਡ ਕਰਕੇ ਪੁਕਾਰਿਆ ਵਾਹਿਗੁਰੂ ਨੂੰ ਵੀ ਮੇਰੀ ਰੱਖਿਆ ਕਰੋ। ਅਰਦਾਸ ਸਾਧ ਸੰਗਤ ਜੀ ਨਿਕਲੇਗੀ ਉਦੋਂ ਜਦੋਂ ਵਿਪਤਾ ਪੈ ਜਾਂਦੀ ਹੈ, ਨਹੀਂ ਤੇ ਅਰਦਾਸ ਨਹੀਂ ਨਿਕਲਦੀ। ਅਰਦਾਸ ਖਤਰੇ ਦੇ ਵਿੱਚੋਂ ਨਿਕਲੇਗੀ, ਖਤਰੇ ਤੋਂ ਬਿਨਾਂ ਅਰਦਾਸ ਨਿਕਲ ਹੀ ਨਹੀਂ ਸਕਦੀ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਰੀ ਬਾਣੀ ਦੇ ਵਿੱਚ ਮਨੁੱਖ ਨੂੰ ਖਤਰਾ ਵਿਖਾਇਆ ਗਿਆ ਹੈ ਵੀ ਤੂੰ, ਤੇਰਾ ਸਰੀਰ ਚਲਾ ਜਾਣਾ ਹੈ, ਤੇਰਾ ਟਾਈਮ ਨਿਕਲਦਾ ਜਾਂਦਾ ਹੈ, ਜੰਮ ਤੇਰੇ ਉੱਤੇ ਖੜੇ ਨੇ। ਕਿਉਂ ਮੌਤ ਕਿਉਂ ਵਿਖਾਈਏ? ਇਹਨੂੰ ਖਤਰਾ ਦਿਸੇ ਤੇ ਖਤਰਾ ਵੇਖ ਕੇ ਅਰਦਾਸ ਕਰੇ ਤੇ ਅਰਦਾਸ ਨਾਲ ਕੰਮ ਸਿਰੇ ਚੜ ਜਾਂਦਾ। ਗੱਜ ਜਿਉ ਹੋ ਸਹਾਏ, ਮੇਰੀ ਸਹਾਇਤਾ ਕਰੋ। ਤੇ ਇਹ ਅਗਲਾ ਜਿਹੜਾ ਦੋਹਰਾ ਹੈ 54 ਨੰਬਰ, ਉਹਦੇ ਵਿੱਚ ਫਿਰ ਕਲਗੀਧਰ ਪਾਤਸ਼ਾਹ ਦੇ ਵਿਚਾਰ ਨੇ। ਕਹਿੰਦੇ ਬਲ ਹੋਵਾ ਬੰਧਨ ਛੁਟੇ,
ਸਭ ਕਿਛ ਹੋਤ ਉਪਾਏ। ਜਦੋਂ ਸਿੱਖ ਨੇ ਅਰਦਾਸ ਕੀਤੀ ਏ ਤੇ परमात्मा ने बल दे दिता, गुरु ने अपनी शक्ति दे दी। पहला शक्तिहीन सी, असल विच गुरु शक्ति देंदा ही उहनूं है जिहड़ा गुरु दे अगे मन जांदा मेरे कोल कोई शक्ति नहीं। गुरु मान देंदा ही उहनूं है जिहड़ा कहंदा मेरे कोल कोई मान नहीं। तां असीं कहने आ निमाणिਆਂ ਦਾ मान। पहला निमाणा होवेगा तां ही मान देगा ना गुरु। निर्बल हो गया भी मेरे कोल ते कोई ताकत नहीं, मेरियां बाहां विच कोई बल नहीं है। ते गुरु ने तरस करके अपनी तार जोड़ दी। जदों तार जोड़ी ते उस वेले बल होवा शक्ति आ गई। शक्ति किन्हां विच आ गई? जिन्हां तो सिर नहीं सी चुकिया जांदा, जिहड़े कहंदे सन साडे तो ते चिड़ी भी नहीं मारी जांदी, जिहड़े ये कहंदे सन काम हमारा तोलन तकड़ी, नंगी करद कदे नहीं पकड़ी, चिड़ी उड़े तो हम डर जाए, तुरकन स्यों कैसे लड़ पाए। जिदन गुरु ने कलगियां वाले ने सिर ते रखिया हथ, अमृत दी बना के दिती दात, ते उन्हां ने उठ के कह दिता सी जदों सतगुरु ने कहा चिड़ियों से मैं बाज तड़ाऊं, 1.25 लाख से एक लड़ाऊं, तबै गोबिंद सिंह नाम कहाऊं। बल आ गया, बल होवा बंधन छुटे, सारे बंधन खुल गए। सब किछ होत उपाए। साडे अंदर ना एक स्वै शक्ति है। स्वै शक्ति मतलब सारियां विच ही है, एक बंदे विच नहीं। महाराज ने उन्होंने टच किया भी उन्होंने जगा विचों, तू कोई कमजोर नहीं, छोटे तो छोटा बंदा भी कमजोर नहीं है, उहदे विच भी 1.25 लाख बंदे जिन्नी शक्ति है। पर जिन्ना चिर बाहरों उन्होंने विचार नहीं ना देंदे असीं, वो कमजोर अपने आप को महसूस करदा है। हुण सब किछ होत उपाए, नानक सब किछ तुमरे हाथ में। गुरु तेग बहादुर साहब कह रहे हैं ते कलगीधर पातशाह जवाब दे रहे हैं, सतगुरु ये तो तुसीं वैसे कह रहे हो, तुहाडे हत्थां विच ते बड़ियां शक्तियां ने, तुसीं ते जो चाहो वो ही कर सकते हो। तुम ही होत सहाय, तुसीं ही इन्हां अनाथां दी सहायता कर सकते हो, इन्हां दी गुलामी तोड़ सकते हो। संग सखा सब तज गए, को ना निभेओ साथ। जिस अवस्था दे विच संगी ते सखा मित्र सारे साथ छड़ जाण ते कोई भी नाल साथ ना दे, कहो नानक ए विपत मैं टेक एक रघुनाथ। इस विपता दे विच फिर टेक जिहड़ी आसरा है वो एक रघुनाथ। वैसे रघु नाम रामचंद्र जी दा, इहदे अर्थ विद्वानां ने कीते ने रघु दा नाथ, जिहड़ा रामचंद्र दा भी राम है परमेश्वर, ओदी टेक जो सर्व व्यापक राम परमेश्वर रमिया होया है, ओदी टेक है। ते जदों ये अवस्था बनती फिर कहंदे नाम रहियो साधु रहियो, रहियो गुर गोबिंद। फिर अमर जीवन हो गया। एक नाम रहिंदा सदा, एक नाम जपण वाला रहिंदा ते एक परमेश्वर रूप गुरु सदा कायम रहिंदा है। कोई तलवार नहीं जिहड़ी गुरु तेग बहादुर साहब नूं कट सके। जिन्हां दियां तलवारां सन, जिन्हां ने तलवारां चलाइयां, उन्हां दियां मड़ियां ते अज कोई तेल पाउण वाला नहीं, ते गुरु तेग बहादुर साहब दे दर ते जगमग पई हुंदी है। कोई मिटाउण वाला नहीं, सदा कायम रहण वाले ने। रहियो गुर गोबिंद, कहो नानक ए जगत मैं, किन जपियो गुरमंत। पर गुरु तेग बहादुर साहब कहंदे किसी विरले ने ही गुरु दी इस गुरु मंत्र नूं, गुरु दे दिते नाम नूं जपिया, गुरबाणी दी कमाई कीती, अखीरले बचन कीते। कहंदे राम नाम उर मैं गहियो, जां कै सम नहीं कोई। जिस मनुख ने, यह अखीरला सलोक है गुरु तेग बहादुर साहब जी का, जिस सिख ने अपने उर मैने हिरदा, अपने हिरदे विच नाम नूं गयो धारण कर लिया है, फड़ लिया है, पक्का कर लिया है, जां कै सम नहीं कोई। उस सिख दे बराबर दा होर कोई मनुख नहीं है। ये सब तो उच्ची अवस्था अखीर ते कही है, भावें कुर्बानियां ने, शहादतां ने, पर नाम दी खेड है सारी। जिदे हिरदे विच नाम वस गया, जे सिमरत संकट मिटै, दरस तुहारो होए। जिस परमात्मा दा सिमरन करन दे नाल जिंदगी दे सारे बंधन
सारे संकट मिट जाते ने ते परमेश्वर दे नाम द्वारा दर्शन हुंदा है अकाल पुरख वाहिगुरू दा। परमेश्वर दे नाम दी अंदर धुनी जाग पैंदी है, वो मनुख कामयाब हो जाता है। आओ 1 मिनट वास्ते सिमरन में जुड़िए, फिर समाप्ति करांगे। सारिਆਂ ने कृपा करनी। वाहिगुरु 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 तेग बहादुर सिमरिया तेग बहादुर सिमरिया तेग तेग बहादुर सिमरिया तेग बहादुर सिमरिया तेग कर नौ निद आवे ताए कर नौ निद आवे ताए कर सब थाई होए सहाय सब थाई होए सहाय सब थाई सब थाई होए सहाय सब थाई होए सहाय सब थाई सो साध संगत जी सतगुरु तेग बहादुर साहब जी का बहुत बहुत शुकराना है। इन्हां दी अगाध बोध बाणी है 57 सलोक पिछले 10-11 दिनों तो विचार चल रही है और मैं अपने आप को खुशकिस्मत समझना कि सतगुरु वरते ने प्रबंधक सजना गुरमुखां विच ते दास नूं आपने हुक्म किया है और ये योग्यता मेरी नहीं भी इस बाणी दी विचार कर सकां क्योंकि एडे उच्चे मंडल तो उचारी गई है। सो इन्हां दिनां दे विच बोलदियां तो बहुत गलतियां होईयां ने, आप जी ने खिमा कर देना। सतगुरु जी का बहुत बहुत धन्नवाद। दिल्ली सिख गुरुद्वारा धर्म प्रचार कमेटी जिन्होंने सतगुरां ने समत बख्शी है भी वो पहचान करते हैं भी किहड़ी गल इस स्टेज तो मीडिया दे विच लियांदी जाए। सतगुरु दे अगे अरदास है भाई परमजीत सिंह जी राणा उन्होंने ये सेवा फिर मिली है तो पहला भी उन्होंने डट के कल भी मैं बेनती की सी इस सच ते कलगीधर पातशाह जी की बाणी जिहड़ा पिछले समय दे विच बहुत इनू खिलारिया गया सी वो परत के संगत दे सामने रखिया। उन्हां दा धन्नवाद। सतगुरु जी कृपा करने से तरह चढ़दी कला बख्शिश करन अस्थान दे प्रबंधक और गुरु के वजीर भाई रणजीत सिंह जी उन्होंने बहुत निघा प्यार दिता है इन्ने दिन। सारियां दा बहुत बहुत धन्नवाद। भुलां चुकां दी खिमा करनी जी। प्यार सहित फतेह बुलाओ। वाहिगुरू जी का खालसा वाहिगुरू जी की फतेह। जुग जुग टाल धन धन श्री गुरु ग्रंथ साहब की निघी गोद की बड़ी गुरु प्यारे साध संगत फतेह साहन करो। वाहिगुरू जी का खालसा वाहिगुरू जी की फतेह। धन्यवाद है ज्ञानी कुलवंत सिंह जी का जिन्होंने उचेचे तौर पर दिल्ली चाले पाए और साड़ी बेनती प्रवान की।
इस वेले नवे महल्ले श्लोक गुरुद्वारा सीगंज साहब, गुरुद्वारा रकाबगंज साहब, गुरुद्वारा बंगला साहब तो आप जी ने व्याख्या सुनी है। गुरु तेग बहादुर साहब जी के जीवन बारे जानकारी, उन्होंने लिखिया बारे सारा कुछ आप जी को इस करके बार बार चेता कराने कि अज जिन्होंने हालातों में असी पहुँच गए हैं, कितने ना कितने असी बाणी तो बाणी तो दूर हो रहे हैं, साढ़े बच्चे गुरबाणी तो दूर हो रहे हैं। इन्हों की जिसले व्याख्या होएगी, इन्हों बारे जानकारी मिलेगी तो शायद कितने ना कितने ये सोच आई कि असी गुरु के नाल जुड़ सकते हैं। कि साढ़े गुरु ने सानू दसिया उहदे बारे जानकारी साड़ी आने वाली पीढ़ी नूं होनी चाहिए है। अज गुरबाणी नूं ज्ञान दे नाल, विज्ञान दे नाल जोड़ के अगर असी अपने बच्चों को समझावांगे तो शायद कितने ना कितने बच्चों के मन के चाह पैदा होएगा बाणी पढ़न का, बाणी समझन का। सो मैं धन्यवाद करदा भाई साहब का। आप जी देख रहे हो कि लगातार पिछले लंबे समय तो असी टॉपिक्स उत्ते कोई ना कोई गुरबाणी विचार लैके आ रहे हैं। अगले महीने असी राम कलीसा की अर्थां सहित व्याख्या भाई साहब साहब सिंह जी मारकंडा जी वालों करवानी है और ये 4 दिसंबर तो लैके 8 दिसंबर तक होएगी। ज्ञानी पिंदरपाल सिंह जी 2 दिन की सेवा गुरुद्वारा बंगला साहब कल तो परसों निभाएंगे तो 23 तरीक को उन्होंने गुरुद्वारा सीगंज साहब हाजिरी भरनी है। उस दिन बाबा बंता सिंह जी ने गुरुद्वारा बंगला साहब हाजिरी भरनी है। इस तरह कथावाचक जोड़े अपने अपने हाजरियां इतने लवा रहे हैं। आप संगतां चढ़ना बेनती है कि इन्होंने कथावाचक हौसला अफजाई करने वास्ते वध तो वध गिनती पहुँचा करो ताकि इन्हों भी बल मिलता, इन्हों भी हिम्मत मिलती है कि संगत उचेचे तौर पर इतने पहुंची है। 25 दिसंबर को गुरु गोबिंद सिंह का प्रकाश पुरब दिल्ली सिख गुरुद्वारा कमेटी श्री अकाल तख्त साहब के हुक्म अनुसार मनाने का फैसला लिया। प्रधान सरदार मनजीत सिंह जी के जनरल सकत्तर मनिंदर सिर साहब की पूरी टीम ने यूनैनिमस ये फैसला लिया। कई वाद विवाद चल रहे हैं। भाई साहब ने अपनी कथा दौरान भी आप जी को जानकारी दी है कि ये जोड़ा विवाद है इनू सुलझाने की लौड़ है। और जे किसी को कोई भी गल किसी कथावाचक की या किसी विद्वाना की गलत लगती है तो जरूर विचार करिए, विचार विचांतरा करिए। पर आप फेसबुक पर सोशल मीडिया पर पा के दूजे धर्मां दे विच गलत मैसेज भेज रहे हैं। तुसीं लगातार नोट कर रहे हो एक सोशल मीडिया पर एक मैसेज चल रहा है कि 5 तरीक को मनाना चाहिए। ये फैसला श्री अकाल तख्त साहब से छड़ दी है। कुछ गल्लां जिहड़ियां ने वो मर्यादा विच रहनी चाहिए ने। जिहड़े नौजवान वीरां नूं भटका रहे ने, मेरी बेनती है क्योंकि अगर जे इतिहास जावांगे, जे असी ईसवी दे विच जावांगे तो फिर जे उस साल की ईसवी कढ़ांगे तो गुरु नानक साहब के जिहड़े सिद्धांत ने वो कितने ना कितने डैमेज होणगे। तो जे गुरु गोबिंद सिंह महाराज की अगर उम्र देखी जाएगी ईसवी कैलेंडर के हिसाब नाल तो फिर वो 8 साल हो जाएगी, 9 साल नहीं रहेगी। ये विद्वाना की खोज है। इनू अपनी मर्यादा विच रह के जे किसी को नहीं पसंद तो दोबारा तो अकाल तख्त साहब जाके अपील कर सकता है। पर यह नहीं कि आप सोशल मीडिया पर व्हाट्सएप पर जो मूँह चाहे वो बोली जाइए, जो साडा मन करे वो लिखी जाइए, जो कूड़ प्रचार तो कूड़ प्रचार करी जाइए। इस तो संकोच करना चाहिए। साडा घर है, जे असी अपने घर को आप ही ढा बैठे तो फिर किसी होर की लोड़ नहीं। असी ब्लू स्टार ऑपरेशन को रोने हैं, असी अज भी उसको याद करते हैं। पर कितने ये ना हो कि असी अपने हथी अपनी घर को खराब कर बैठिए, अपनी जड़ पट बैठिए। सो संगत अगे चरणा च बेनती है कि जोड़े भी फैसले श्री अकाल तख्त साहब तो आते हैं बड़े सोच समझ के ले जाते हैं, वो कोई एवं नहीं ले जाते। तो इस करके आप उस गल पर पहरा देना। दूजियां जिहड़ियां बेनतियां ने वो इस करके आप जी कही जाने। गुरु तेग बहादुर साहब जी का जोड़ा शहीदी पुरब नगर कीर्तन निकलना गुरुद्वारा सीगंज साहब तो गुरुद्वारा रकाबगंज साहब तक वो 23 दिसंबर को निकलना। कीर्तन दरबार लखी शाह बंजारा हाल 24 तरीक को सवेरे अमृत शाम तक होना। जथेदार जस्सा सिंह जी आलूवालिया की 3जी शताब्दी आ रही है। बाबा बलबीर सिंह जी मुखी 96 करोड़ी, बाबा बुढ़ा दल इस समागम हाजिरी भरनगे। 2 दिसंबर को माता सुंदरी कॉलेज विखे यह सैमीनार कराया जा रहा है जिसकी अगवाई डॉक्टर जसपाल सिंह, प्रोफैसर मनजीत सिंह जी साबका जथेदार जी करेंगे। आप संगतां चरणा बेनती करते हैं कि इन्हां समागमां ते पहुँच के अपनी हाजिरी भी लवाओ और जोड़ा भी गुरबाणी विचार होवे उस अपनी सांझ पाओ। मैं एको बेनती करांगा कि और ये संगत भी hunगारा चाहना है कि जे असी धन श्री गुरु ग्रंथ साहब नूं मनदे हां, जे असी धन श्री गुरु ग्रंथ समर्पित हाँ
ਤੇ ਜਿੱਥੇ ਜਿੱਥੇ ਵੀ ਗੁਰੂ ਦਾ ਪ੍ਰਕਾਸ਼ ਆਉਂਦਾ ਅਸੀਂ ਪੜ੍ਹਦੇ ਹਾਂ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ। ਫਿਰ ਇਸ ਗੱਲ ਤੇ ਅਮਲ ਵੀ ਕਰੀਏ, ਕੋਸ਼ਿਸ਼ ਕਰੀਏ ਕਿ ਜੋ ਸਾਨੂੰ ਬਾਣੀ ਦੇ ਸਿਧਾਂਤ ਸਮਝਾਉਂਦੇ ਆ ਉਸ ਬਾਣੀ ਤੇ ਪਹਿਰਾ ਦਈਏ। ਔਰ ਜਿਹੜੀ ਸਾਨੂੰ ਰਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਾ ਗਏ ਨੇ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਗੁਰਸਿਮਰਨ ਮਨਾਈ ਕਾਲ ਕਾ ਖੰਡੇ ਕੀ ਵੇਲਾ ਪੀਵੋ ਪੌਲ ਖੰਡੇ ਤਾਰ ਹੋਏ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। तो जिन्हों प्राणियों ने हुण तक खंडे बाटे की पौ नहीं ली, वो गुरु वाले जल्द तो जल्द बनो। हर समागम ते इतवार नूं ते बुधवार नूं, इतवार नूं गुरुद्वारा बंगला साहब और बुधवार नूं गुरुद्वारा सीगन साहब अंश संचार होंदा है। आप जी नूं जिसले भी समा लगे आप जी उत्थे पहुँच के गुरु वाले बनो, ताकि साडा जिहड़ा धर्म है असीं अपने धर्म च पक्के होइए। कोई भी एजेंसी साडा कुछ बिगाड़ नहीं सकती जब तक असीं अपने धर्म च पक्के हैं। जब असीं अपने धर्म च कच्चे हो जाएंगे फिर साढ़े उत्ते कोई भी किसी किस्म का भी अटैक कर सकता है, फिर साढ़े कोल उहदे जवाब नहीं होंदे। और मैं चाहना कि आने वाले समय असीं वध चढ़ के गुरु घर नूं समर्पित होइए, सारे एक निशान साहब थले एक ग्रंथ थले इकट्ठे होइए और श्री अकाल तख्त साहब नूं समर्पित होइए। मैं इक्को गल कहांगा कि एक जकारे दे विच आपां सारे सर्वसम्मति नाल श्री अकाल तख्त साहब नूं समर्पित होइए। मैं जकर लूंगा, संगत प्रवानगी देवे। बोले सो निहाल। वादी घट दी माफी। वाहिगुरू जी का खालसा, वाहिगुरू जी की फतेह।